वेरी इंपॉर्टेंट थ्योरम है, दैट्स थ्योरम नंबर 5 कि लेट वी वेक्टर स्पेस है ओवर द फील्ड एन बी एन एन डिमेंशनल वेक्टर स्पेस है। हम देखो एन डिमेंशनल वेक्टर स्पेस इट मीनस कि फाइनाइट वेक्टर स्पेस है। फाइनाइट वेक्टर स्पेस है इट मीनस कि ਉਹਦੇ ਵਿੱਚ ਜਿੰਨੇ ਵੀ ਨੰਬਰ ਆਫ ਐਲੀਮੈਂਟਸ ਨੇ ਜਾਂ ਨੰਬਰ ਆਫ ਵੈਕਟਰਸ ਨੇ ਉਹ ਫਾਈਨਾਈਟ ਨੇ। ਓਵਰ ਦਾ ਫੀਲਡ ਐਫ ਹੈ। ਹੁਣ ਲੈਟ ਐਲ ਵੀ ਵੀ, ਹੁਣ ਇਹ ਮੈਂ ਦੱਸਿਆ ਹੋਇਆ ਸੀ ਕਿ ਐਲ ਵੀ ਵੀ ਦਾ ਇਹ ਕਿਹੜਾ ਸੈੱਟ ਹੈ? ਦਿਸ ਇਜ਼ ਅ ਸੈੱਟ ਆਫ ਲੀਨੀਅਰ ਆਪਰੇਟਰ, ਸੈੱਟ ਆਫ ਲੀਨੀਅਰ ਆਪਰੇਟਰ। ਇਹ ਉਹ ਸੈੱਟ ਹੈ ਜਾਂ ਇਹ ਉਹ ਵੈਕਟਰ ਸਪੇਸ ਹੈ ਐਲ ਵੀ ਵੀ ਜਿਹਦੇ ਵਿੱਚ ਸਾਰੇ ਲੀਨੀਅਰ ਆਪਰੇਟਰ ਆਉਂਦੇ ਨੇ ਤੇ ਉਹ ਲੀਨੀਅਰ ਆਪਰੇਟਰ ਲੀਨੀਅਰ ਟਰਾਂਸਫੋਰਮੇਸ਼ਨ ਹੁੰਦੀ ਹੈ। ਠੀਕ ਹੈ ਜੀ। ਹੁਣ ਸੈੱਟ ਆਫ ਆਲ ਦਾ ਲੀਨੀਅਰ ਆਪਰੇਟਰ ਜਿਹੜੇ v ਤੋਂ v ਵੱਲ ਨੂੰ ਜਾ ਰਹੇ ਨੇ, ਦੇਖੋ v ਤੋਂ v ਨੂੰ ਹੀ ਜਾ ਰਹੇ ਨੇ। ਐਂਡ m ਵੀ ਆਪਣੇ ਕੋਲ ਵੈਕਟਰ ਸਪੇਸ ਹੋਏਗਾ ਫॉर ਆਲ n ਕ੍ਰੋਸ n ਮੈਟ੍ਰਿਸਿਸ। ਹੁਣ m ਦੀ ਗੱਲ ਕੀਤੀ ਗਈ ਨੇ, m ਆਪਣੇ ਕੋਲ ਮੈਟ੍ਰਿਸਿਸ ਹੈ, ਇੱਥੇ ਮੈਟ੍ਰਿਸਿਸ ਹੈ ਜਿਹਦਾ ਆਰਡਰ ਹੈ n ਕ੍ਰੋਸ n ਆਰਡਰ ਹੈ ਓਵਰ ਦਾ ਫੀਲਡ f। ਉਹਦੇ ਵਿੱਚ ਜਿਹੜੇ ਵੀ ਐਲੀਮੈਂਟ ਹੋਗੇ ਫੀਲਡ ਦੇ ਐਲੀਮੈਂਟ ਹੋਗੇ। प्रूफ करना है, ਹੁਣ देखो ये सारा कुछ गिवन सी, ये ਆਪਾਂ सारे स्टेटमेंट गिवन सी। प्रूफ की करना है? आइसोमॉर्फिज्म प्रूव करना है। आइसोमॉर्फिक प्रूव करना है ਕਿਹੜੇ ਸੈੱਟ ਨੂੰ? दैट इज अपने को LVV, दैट इज सैट ऑफ लीनियर ऑपरेटर ਨੂੰ ਆਪਾਂ आइसोमॉर्फिक प्रूव करना है मैट्रिसेस M ਵੈਕਟਰ ਸਪੇਸ ਦੇ ਨਾਲ। ਅਗਰ ਇਹ ਸਾਡੇ ਕੋਲ ਆਈਸੋਮੋਰਫਿਕ ਹੋ ਜਾਂਦਾ ਮੈਟ੍ਰਿਕਸ ਸਪੇਸ M ਦੇ ਨਾਲ, ਇਹ ਸਾਡੇ ਕੋਲ ਆਪਣੇ ਕੋਲ ਪ੍ਰੂਫ ਹੋ ਜਾਏਗਾ। ਦੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿਊਰਮ, ਪੇਪਰ ਦੇ ਵਿੱਚ ਆਉਂਦੀ ਹੈ। ਹੁਣ ਇਸ ਚੀਜ਼ ਨੂੰ ਆਪਾਂ ਪ੍ਰੂਫ ਕੀ ਕਰਨਾ ਹੈ? ਹੁਣ ਦੇਖੋ ਧਿਆਨ ਨਾਲ ਆਪਾਂ ਸਟੇਟਮੈਂਟ ਕਰਨਾ। ਹੁਣ ਆਈਸੋਮੋਰਫਿਕ ਦੀ ਅਗਰ ਆਪਾਂ ਡੈਫੀਨੇਸ਼ਨ ਪੜ੍ਹੀ ਹੋਵੇ, ਆਈਸੋਮੋਰਫਿਕ ਦੇ ਵਿੱਚ ਆਪਾਂ ਕੀ ਕਰਦੇ ਸੀਗੇ? ਆਈਸੋਮੋਰਫਿਕ ਦੇ ਵਿੱਚ ਮੈਂ ਪਹਿਲੇ ਦੱਸ ਦਿੰਦਾ ਤੁਹਾਨੂੰ। ਆਈਸੋਮੋਰਫਿਕ ਦੇ ਵਿੱਚ ਆਪਾਂ ਟੀ ਮੈਪਿੰਗ ਲੈਂਦੇ ਸੀਗੇ। ਟੀ ਅਗਰ 1 1 ਤੇ ਔਨ ਟੂ ਪ੍ਰੂਫ ਹੋ ਜਾਂਦਾ ਸੀਗਾ ਤੇ ਆਪਾਂ ਉਸ ਨੂੰ ਆਈਸੋਮੋਰਫਿਕ ਕਹਿੰਦੇ ਸੀਗੇ। ਆਪਾਂ ਉਹੀ ਚੀਜ਼ ਨੂੰ ਆਪਾਂ ਡਿਫਾਈਨ ਕਰਕੇ ਚੱਲਣਾ ਹੈ। ਹੁਣ ਮੈਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ ਮੈਂ ਅਗਰ ਆਈਸੋਮੋਰਫਿਕ ਪ੍ਰੂਫ ਕਰਨਾ ਹੈ ਤੇ ਮੈਂ ਉਹਦੇ ਲਈ ਕੀ ਕਰੂੰਗਾ। ਆਈਸੋਮੋਰਫਿਕ ਪ੍ਰੂਫ ਕਰਨ ਦੇ ਲਈ ਮੇਰੇ ਕੋਲ ਟੀ ਮੈਪਿੰਗ ਹੈ ਜਿਹੜਾ v ਤੋਂ v ਦੇ ਵਿੱਚ ਜਾ ਰਹੀ ਹੈ ਤੇ ਉਹ ਟੀ ਮੈਪਿੰਗ ਨੂੰ ਮੈਂ 1 1 ਪ੍ਰੂਫ ਕਰੂੰਗਾ ਤੇ ਸੈਕਿੰਡ ਮੈਂ ਟੀ ਮੈਪਿੰਗ ਨੂੰ ਔਨ ਟੂ ਪ੍ਰੂਫ ਕਰੂੰਗਾ। ਅਗਰ ਇਹ ਦੋਨੋਂ ਸਟੇਟ ट्रू हो जाते हैं या अपने को प्रूफ हो जाते हैं तो आइसोमॉर्फिक हो जाएगी v क्रॉस v ਦੇ ਵਿੱਚ। ਹੁਣ ਇਹਦੇ ਵਿੱਚ ਦੇਖੋ ਧਿਆਨ ਨਾਲ ਆਪਾਂ ਧਿਆਨ ਨਾਲ ਦੇਖਣਾ। ਹੁਣ ਮੇਰੇ ਕੋ ਗਿਵਨ ਪਾਰਟ ਕੀ ਸੀਗਾ ਇਸ ਥਿਊਰਮ ਦੇ ਵਿੱਚ? ਧਿਆਨ ਨਾਲ ਕਹਿੰਦੇ ਕਿ ਗਿਵਨ ਹੈ ਆਪਣੇ ਕੋ कि वेक्टर स्पेस अपने को फाइनाइट डिमेंशन स्पेस है, फाइनाइट डिमेंशन वेक्टर स्पेस है। ठीक है जी, गिवन हो गया। ਹੁਣ ਉਹਨਾਂ ਨੇ b बेसिस ਦਿੱਤਾ ਹੋਇਆ। अगर ਮੈਨੂੰ पता है कि अगर कोई v फाइनाइट डिमेंशन है वेक्टर स्पेस अपने को डिमेंशन ਉਹਦੇ n है ਤੇ ਕੋਈ b बेसिस ਹੋਊਗਾ ਉਹਦੇ ਵਿੱਚ ਜਿਹੜੇ ਐਲੀਮੈਂਟਸ ਹੋਗੇ ਉਹ ਵੀ फाइनाइट नंबर ऑफ एलिमेंट्स ਹੋਗੇ ਤੇ बेसिस ਹੋਏਗਾ वेक्टर स्पेस v ਦਾ। ਇਹ ਡੈਫੀਨੇਸ਼ਨ ਹੈ। अगर कोई v फाइनाइट डिमेंशनल वेक्टर स्पेस है ਤੇ ਉਹਦੇ ਵਿੱਚ ਕੋਈ बेसिस ਹੋਏਗਾ, बेसिस ਹੋਏਗਾ ਉਹਦੇ ਵਿੱਚ फाइनाइट नंबर ऑफ एलिमेंट्स ਹੋਣਗੇ, ਉਹ बेसिस ਹੋਏਗਾ ਇਹਦਾ वेक्टर स्पेस ਦਾ। ਹੁਣ ਉਸ ਤੋਂ ਬਾਅਦ ਮੈਂ ਇੱਥੇ टी ਆਪਰੇਟਰ ਦੀ ਗੱਲ ਕੀਤੀ ਸੀ, टी ਆਪਰੇਟਰ ਦੀ ਗੱਲ ਕੀਤੀ ਸੀ ਤੇ ਮੈਂ ਉਹਦੇ ਲਈ ਪਹਿਲੇ ਆਪਾਂ ਪ੍ਰੂਫ ਕਰੂੰਗਾ ਕਿ ਜਿਹੜਾ टी ਆਪਰੇਟਰ ਹੈ ਉਹ v ਵੈਕਟਰ ਸਪੇਸ ਦੇ ਲਈ ਹੈ। ਇਟ ਮੀਨਸ ਕਿ ਅਗਰ टी ਆਪਰੇਟਰ v ਵੈਕਟਰ ਸਪੇਸ ਦੇ ਲਈ ਹੈ ਤੇ ਮਤਲਬ ਬਿਲੋਂਗ ਕਰੇਗਾ। ਹੁਣ ਮੈਂ LVV ਦੇ ਜ਼ਿਕਰ ਕੀਤਾ ਸੀ ਪਿੱਛੇ। LVV ਕੀ ਹੈ? that is a set of all the linear operators, all linear operators। ਹੁਣ ਦੇਖੋ ਅਗਰ ਇਹ ਸਾਰਿਆਂ ਦੇ ਜਿੰਨੇ ਵੀ ਲੀਨੀਅਰ ਆਪਰੇਟਰ ਨੇ ਉਹ ਸਾਰੇ ਇਸ ਸੈੱਟ ਨੂੰ ਬਿਲੋਂਗ ਕਰੂਗੇ। ਹੁਣ ਜਿਹੜਾ ਟੀ ਮੈਂ ਲੀਨੀਅਰ ਆਪਰੇਟਰ ਕਿਹਾ ਆ ਕਿ ਉਹ v ਵੈਕਟਰ ਸਪੇਸ ਦਾ ਆ ਤੇ ਟੀ ਆਪਣੇ ਕੋ ਕਿੰਨੂੰ ਬਿਲੋਂਗ ਕਰੇਗਾ? LVV ਵਾਲੇ ਸੈੱਟ ਨੂੰ ਵੀ ਬਿਲੋਂਗ ਕਰੇਗਾ ਕਿਉਂਕਿ ਆ ਸੈੱਟ ਹੀ ਉਹੀ ਹੈ ਜਿਹਦੇ ਵਿੱਚ ਸਾਰੇ ਲੀਨੀਅਰ ਆਪਰੇਟਰ ਨੇ ਤੇ ਟੀ ਵੀ ਤਾਂ ਆਪਰੇਟਰ ਹੀ ਹੈ, ਉਹ ਆਪਣੇ ਕੋ ਇਸ ਸੈੱਟ ਨੂੰ ਬਿਲੋਂਗ ਕਰੇਗਾ। ਹੁਣ ਅਗਰ टी अपने को इस सैट ਨੂੰ ਬਿਲੋਂਗ ਕਰੇਗਾ, ਹੁਣ ਧਿਆਨ ਨਾਲ ਜੇ ਗੱਲ ਕੀਤੀ ਜਾਵੇ ਮੈਂ ਡੈਫੀਨੇਸ਼ਨ ਹੀ ਲਗਾ ਰਿਹਾ, ਮੈਂ ਕੁਝ ਹੋਰ ਨਹੀਂ ਲਗਾ ਰਿਹਾ। ਮੈਂ ਕੋਈ v ਐਲੀਮੈਂਟ ਲੈ ਲਿਆ ਵੈਕਟਰ ਸਪੇਸ ਦੇ ਵਿੱਚ, ਮੈਂ ਕੋਈ v ਐਲੀਮੈਂਟ ਲੈ ਲਿਆ ਇਸ ਵੈਕਟਰ ਸਪੇਸ ਦੇ ਵਿੱਚ ਕੋਈ v ਐਲੀਮੈਂਟ ਲੈ ਲਿਆ ਤੇ ਮੈਂ ਉਸ ਨੂੰ ਐਕਸਪ੍ਰੈਸ ਕਰ ਸਕਦਾ ਹਾਂ v ਐਲੀਮੈਂਟ ਨੂੰ ਐਕਸਪ੍ਰੈਸ ਕਰ ਸਕਦਾ ਹਾਂ ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ एलिमेंट ऑफ बेसिस, लीनियर कंबीनेशन ऑफ एलिमेंट ऑफ बेसिस। ये मैं डेफिनेशन यूज कर ली। बेसिस की है बी, दिस इज मैं डेफिनेशन यूज कर ली है कि अगर कोई भी एलिमेंट मैं वैक्टर स्पेस ਦੇ ਵਿੱਚੋਂ ਲੈਣਾ ਆ ਤੇ ਮੈਂ ਉਹਨੂੰ ਐਕਸਪ੍ਰੈਸ ਕਰ ਸਕਦਾ ਆ ਦੈਟ ਇਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦ ਬੇਸਿਸ ਆਫ ਦ ਐਲੀਮੈਂਟ। ਇਟ ਮੀਨਸ ਕਿ ਜਿੰਨੇ ਵੀ टी वी जे ਹੈ, ਹੁਣ ਦੇਖੋ ਇਹ ਉਹਨਾਂ ਨੇ ਕੀਤਾ कि वी जे आप वैक्टर स्पेस ले तो टी वी अपने जो है दैट इज समशन ऑफ अल्फा आई जे वी आई।
ਹੁਣ ਆਪਣੇ को टी भी मैट्रिसेस है, अपने को टी मैट्रिसेस है दैट इज विद रिस्पैक्ट टू द बेसिस ਉਹਦੇ ਵਿੱਚ ਐਲੀਮੈਂਟ ਕਿੱਦਾਂ ਹੋ ਗਏ L ਅਲਫਾ i j n cross n मैट्रिसेस ਤੇ टी ਆਪਣੇ ਨੂੰ ਕਿਹਨੂੰ ਬਿਲੋਂਗ ਕਰ ਗਿਆ टी ਆਪਰੇਟਰ दैट इज m मैट्रिसेस ਨੂੰ ਬਿਲੋਂਗ ਕਰ ਗਿਆ। ਹੁਣ ਆਪਣੇ को ਆਹੀ ਚੀਜ਼ ਆਪਾਂ ਲੈ ਕੇ ਚੱਲੇ ਆ ਕਿ ਆਪਣੇ को ਅਗਰ टी L V V ਨੂੰ ਬਿਲੋਂਗ ਕਰਦਾ ਸੀ ਇੱਥੇ टी मैट्रिसेस ਆਪਣੇ को m मैट्रिसेस ਨੂੰ ਬਿਲੋਂਗ ਕਰ ਗਿਆ ਇਟ ਮੀਨਸ ਕਿ ਉਹਦਾ ਸਬਸੈਟ ਹੋ ਗਿਆ। ਇਹਦਾ ਮਤਲਬ ਹੈ ਕਿ ਇਹ ਦੋਨੋਂ ਆਪਸ 'ਚ अगर ये इस चीज़ ਨੂੰ ਬਿਲੋਂਗ ਕਰ ਰਹੀ ਤੇ टी मैट्रिसेस ਇਹਨੂੰ ਬਿਲੋਂਗ ਕਰ ਗਿਆ ਇਟ ਮੀਨਸ ਕਿ टी ਬਿਲੋਂਗ ਕਰ ਗਿਆ मैट्रिसेस ਨੂੰ। ਹੁਣ ਮੈਂ ਮੈਪਿੰਗ ਦੀ ਗੱਲ ਕਰੂੰਗਾ ਕਿਉਂ ਕਿਉਂਕਿ ਮੈਨੂੰ ਪ੍ਰੂਵ ਕਰਨਾ ਆਈਸੋਮੋਰਫਿਜ਼ਮ। ਹੁਣ ਮੈਂ ਇੱਕ ਹੋਰ ਅਨਦਰ ਮੈਪਿੰਗ ਲੈ ਲਈ दैट इज एफ मैपिंग ਲੈ ਲਈ। ਹੁਣ एफ ਜਿਹੜੀ ਮੈਪਿੰਗ ਜਾ ਰਹੀ ਹੈ ਉਹ ਕਿਹੜੇ ਸੈੱਟ ਤੋਂ ਕਿਹੜੇ ਸੈੱਟ ਦੇ ਵਿੱਚ ਜਾ ਰਹੀ ਹੈ ਇਹ ਧਿਆਨ ਰੱਖਣਾ। ਸੈੱਟ ਤੋਂ ਸੈੱਟ ਦੇ ਵਿੱਚ ਜਾ ਰਹੀ ਕਿਹੜੇ ਸੈੱਟ ਦੇ ਵਿੱਚ ਜਾ ਰਹੀ ਇਹ ਵਾਲਾ ਸੈੱਟ ਹੈਗਾ LVV ਆਹ ਵਾਲਾ ਸੈੱਟ ਹੈਗਾ M मैट्रिसेस। इस सैट तो इस सैट ਦੇ ਵਿੱਚ ਜਾ ਰਹੀ ਹੈ ਮੈਪਿੰਗ ਆਪਣੇ को F है। ए वाले सैट तो ए वाले सैट ਦੇ ਵਿੱਚ ਜਾ ਰਹੀ ਹੈ ਆਪਣੇ को मैपिंग हैगी F। मैं डिफाइन कर लिया। ਹੁਣ डिफाइन कर लिया इट मीनस कि अगर मैं इस सैट ਦਾ कोई भी ऑपरेटर ਲੈਣਾ ਆ ਕਿਉਂਕਿ ਇਹਦੇ ਵਿੱਚ ਤਾਂ ਸਾਰੇ ऑपरेटर ਹੀ ਆ ਤੇ ਮੈਂ ਲੈ ਲਿਆ T1 ਲੈ ਲਿਆ ਜਾਂ T2 ਲੈ ਲਿਆ ਦੋ ऑपरेटर ਲੈ ਲਏ ਕਿਸ ਸੈਟ ਦੇ ਵਿੱਚੋਂ LVV ਵਾਲੇ ਚੋਂ। इस सैट चो ऑपरेटर ही ने मैं ਇਹਦੇ ਵਿੱਚ ਦੋ ऑपरेटर ਲੈ ਲਏ T1 ਤੇ T2। ਹੁਣ ਉਹ ਕਹਿ ਰਿਹਾ ਕਿ ਅਗਰ ਇਹਨਾਂ ਤੇ ਮੈਂ ਅਗਰ ਫੰਕਸ਼ਨ F1 ਦੀ ਮੈਪਿੰਗ ਲਗਾ ਦਿੰਦਾ ਉਹ ਇਕੁਅਲ ਟੂ ਉਹ ਕਿਹਦੇ ਵਿੱਚ ਚਲੇ ਜਾ ਮੈਟ੍ਰਿਕਸ ਦੇ ਵਿੱਚ ਤੇ ਮੈਟ੍ਰਿਸਿਸ ਚ ਐਲੀਮੈਂਟ ਕਿੱਦਾਂ ਦੇ ਨੇ दैट इज T of 1 T of T ਤੇ ਮਤਲਬ ਕਿਹਦੇ ਇਕੁਅਲ ਹੋ ਜਾਏਗਾ ਮੈਪਿੰਗ ਆਫ T1। ਇਹ ਆਪਣੇ को डिफाइन ਕੀਤਾ ਹੈ ਕਿ ਅਗਰ ਮੈਂ F ਦੀ ਮੈਪਿੰਗ ਲਗਾ ਦਿੰਦਾ T1 ਤੇ ਆਪਣੇ को ਕਿੱਦਾਂ ਚੱਲ ਜਾਏਗਾ M मैट्रिसेस ਵਾਲੇ मैट्रिसेस ਦੇ ਵਿੱਚ ਚੱਲ ਜਾਏਗਾ ਜਿਹਦੇ ਵਿੱਚ ਆਪਣੇ को ਐਲੀਮੈਂਟ ਕਿੱਦਾਂ ਦੇ ਨੇ मैट्रिसेस ਆਫ T1 मैट्रिसेस ਆਫ T2। ਹੁਣ मैट्रिसेस ਆਫ T1 ਤੇ T2 ਆਪਣੇ ਨੂੰ ਉਹਨਾਂ ਨੇ ਪਹਿਲੇ ਐਕਸਪੈਂਡ ਕਰ ਦਿੱਤਾ ਕਿ ਅਗਰ T मैट्रिसेस ਹੈ ਉਹ ਕਿੱਦਾਂ ਦਾ मैट्रिसेस ਹੈ अल्फा i j ਬਿਲੋਂਗਸ ਟੂ ਕਰ ਰਿਹਾ M ਨੂੰ। ਉਹਨਾਂ ਨੇ T1 ਵੀ मैट्रिसेस ਨੂੰ ਡਿਫਾਈਨ ਕਰ ਲਿਆ T2 मैट्रिसेस ਨੂੰ ਵੀ ਡਿਫਾਈਨ ਕਰ ਲਿਆ। ਹੁਣ ਅਗਰ T1 मैट्रिसेस ਤੇ T2 मैट्रिसेस ਨੂੰ ਡਿਫਾਈਨ ਕਰ ਲਿਆ ਆ ਜਿਵੇਂ मैं क्या कि T1 मैट्रिसेस की होएगा दैट इज अपने को मैट्रिसेस ऑफ अल्फा i j n क्रॉस n तो T2 अगर मैट्रिसेस होएगा उन्होंने मैं लिख लिया दैट इज बीटा i j या बी i j n क्रॉस n ये दोनों ने डिफाइन कर लिया। फिर उस तो बाद उन्होंने गल की हुण अगर मैपिंग लगाई T ऑफ वी जे हुण ये किद्दां दी मैपिंग मतलब T1 ऑपरेटर अगर वी जे सैट ते लग रहा है फिर किद्दां दे एलीमेंट हो गए दैट इज समीशन ऑफ I1 तो लैके n तक A i j वी जे वी आई सॉरी आई चेंज हो रही है इधर अपने को इधर T1 ਤੇ T12 ਹੁਣ ਫਸਟ ਆਪਣੇ को ਸਟੈਪ ਕੀ ਆਂਦਾ ਹੁਣ ਮੈਂ ਇਸ ਫੰਕਸ਼ਨ ਨੂੰ ਜਿਹੜੀ ਆ ਗੱਲ ਕੀਤੀ ਹੈ ਲੀਨੀਅਰ ਆਪਰੇਟਰ ਹੈ F ਨੂੰ ਪਹਿਲੇ मैं प्रूव करूँगा कि वेल डिफाइन है पहले वेल डिफाइन प्रूव करूँगा फिर लीनियर ट्रांसफॉर्मेशन प्रूव करूँगा कि F अपने को लीनियर ट्रांसफॉर्मेशन है फिर उस तो बाद प्रूव करूँगा कि F T1 अपने को की है 1 1 है फिर T अपने को ऑन 2 है। स्टैप बाय स्टैप चलूँगा कोई ज़्यादा डिफिकल्ट नहीं है। मैं हुण ये मैपिंग की गल हो रही है इस पर ध्यान देना। हुण उन्होंने कहा कि F नूं लीनियर प्रूफ करना है तो मैं की करूँगा कोई दो एलीमेंट लाऊंगा इस सैट तो सैट दे विचों किहड़े ने आ दो एलीमेंट ने T1 ते T2 बिलोंग करके LVV नूं आई इन्होंने दो एलीमेंट ले ले अल्फा बीटा कोई भी फील्ड दे विचों ले लूँगे। हुण मैनूं पता है कि अगर किसी भी ऑपरेटर ਨੂੰ मैं लीनियर ट्रांसफॉर्मेशन प्रूव करना तो मैं की प्रूव करूँगा मैं डेफिनेशन लिखन जा रहा डेफिनेशन है अगर मैं किसी ऑपरेटर ਨੂੰ लीनियर ट्रांसफॉर्मेशन प्रूव करूँगा तो मैं की करूँगा मैं पहले की करूँगा ਉਹਦੇ ਵਿੱਚੋਂ दो एलीमेंट ले लूँगा सैट ਦੇ ਵਿੱਚੋਂ अल्फा बीटा बिलोंग करूँगा फील्ड ਦੇ ਵਿੱਚੋਂ फिर अल्फा x प्लस बीटा y ले लूँगा वो भी वैक्टर स्पेस v ਨੂੰ बिलोंग करेगा फिर t ऑपरेटर लगा दूँगा प्लस बीटा y ਨੂੰ अगर वो इक्वल टू आ गया अल्फा टी ऑफ एक्स प्लस बीटा टी ऑफ वाई दे विच इट मीनस कि वो लीनियर ऑपरेटर होएगा। आ डेफिनेशन है जी पूरी दिस इज़ अ डेफिनेशन आ डेफिनेशन है जी। हुण ये डेफिनेशन तो मैं लिख ली हुण मैं इन्हूं यूज़ किद्दां करूँगा देखो कहंदे एफ नूं लीनियर प्रूव करना उन्हें कहा कि दो एलीमेंट लैने वैक्टर स्पेस दे विचों हुण वैक्टर स्पेस की है LVV क्वेश्चन के मुताबिक उहदे विचों दो ऑपरेटर लै ले दो एलीमेंट लैने से एक T1 ले लिया एक T2 ले लिया वो इन्होंने ले लिया अल्फा बीटा लैने से फील्ड चो वो भी ले ले
ਫਿਰ ਉਹ ਤਾਂ ਉਹਨਾਂ ਨੇ ਕਿਹਾ ਕਿ ਅਲਫਾ x ਪਲੱਸ ਬੀਟਾ y ਕਰ ਦਿਓ, ਅਲਫਾ t1 ਪਲੱਸ ਬੀਟਾ t2 ਕਰ ਦਿੱਤਾ। ਉਹ ਕਿਹਨੂੰ ਬਿਲੋਂਗ ਕਰਦਾ? ਵੈਕਟਰ ਸਪੇਸ ਨੂੰ। ਤੇ ਮੈਂ ਵੈਕਟਰ ਸਪੇਸ ਕਿਹੜੀ ਆਪਣੇ ਕੋਲ ਚੱਲਦੀ ਪਈ? LVV, ਇਹ ਵੀ ਹੋ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੀ ਆਪਰੇਟਰ ਲਗਾ ਦਿਓ। ਹੁਣ ਟੀ ਆਪਰੇਟਰ ਦੀ ਥਾਂ ਤੇ ਇੱਥੇ ਕਿਹੜਾ ਆ? ਐਫ ਆਪਰੇਟਰ, ਆਪਾਂ ਉਹ ਲਗਾ ਦਿੱਤਾ। ਹੁਣ ਐਫ ਆਫ ਅਲਫਾ 1 ਪਲੱਸ ਐਫ ਆਫ ਅਲਫਾ 2 ਲਗਾਤਾ। ਹੁਣ ਇਹ ਕਿਹਦੇ ਇਕੁਅਲ ਸੀ? ਬਾਈ ਡੈਫੀਨੇਸ਼ਨ ਧਿਆਨ ਨਾਲ ਦੇਖੋ, ਹੁਣ ਮੈਂ ਇੱਥੇ ਲਿਖਿਆ ਸੀ ਅਗਰ ਮੈਂ ਐਫ ਆਫ t1 ਲਗਾਉਂਦਾ ਤੇ ਉਹ ਮੈਟ੍ਰਿਸਿਸ ਦੇ ਵਿੱਚ ਚਲਾ ਜਾਂਦਾ ਹੈ। ਇਹੀ ਚੀਜ਼ ਮੈਂ ਯੂਜ਼ ਕਰ ਲਈ, ਐਫ ਆਫ t1 ਲਗਾਇਆ ਪੂਰੇ ਨੂੰ, ਅਗਰ ਇੱਕ ਐਲੀਮੈਂਟ ਸਮ ਰਿਹਾ ਤੇ ਮੇਰੇ को ਮੈਟ੍ਰਿਸਿਸ ਇੱਕ ਬਣ ਜਾਏਗਾ। ਫਿਰ ਮੈਂ ਆਪਣੇ को ਮੈਟ੍ਰਿਸਿਸ ਸੈਪਰੇਟ ਕਰ ਲਿਆ, ਅਲਫਾ t1 ਦਾ ਮੈਟ੍ਰਿਸਿਸ ਪਲੱਸ ਬੀਟਾ t1 ਦਾ। ਅਲਫਾ ਕੋ ਸਕੇਲਰ ਆ ਬਾਹਰ ਆ ਜਾਏਗਾ, ਬੀਟਾ ਸਕੇਲਰ ਆ ਬਾਹਰ ਆ ਜਾਏਗਾ। ਹੁਣ ਐਫ ਆਫ t1 ਨੂੰ, ਹੁਣ ਦੇਖੋ t1 ਮੈਟ੍ਰਿਸਿਸ ਕਿਹਦੇ ਬਰਾਬਰ ਹੈ? ਐਫ ਆਫ t1 ਦੇ। t2 ਮੈਟ੍ਰਿਸਿਸ ਕਿਹਦੇ ਬਰਾਬਰ ਹੋ ਗਿਆ? ਐਫ ਆਫ t2 ਦੇ। ਤੇ ਆਪਣੇ को ਕੀ ਹੋ ਗਿਆ? ਐਫ ਆਪਣੇ को ਲੀਨੀਅਰ ਟ੍ਰਾਂਸਫੋਰਮੇਸ਼ਨ ਹੋ ਗਿਆ। ਮੈਂ ਹੀ ਪ੍ਰੂਵ ਕਰਨਾ ਸੀਗਾ, ਪ੍ਰੂਫ ਹੋ ਗਿਆ, ਤੇ ਇਹਦਾ ਮਤਲਬ ਕਿ ਲੀਨੀਅਰ ਟ੍ਰਾਂਸਫੋਰਮੇਸ਼ਨ ਹੋ ਗਈ। ਨੈਕਸਟ ਸਟੈਪ ਕੀ ਸੀਗਾ? ਐਫ ਨੂੰ 1 1 ਪ੍ਰੂਵ ਕਰਨਾ ਹੈ। ਦੇਖੋ ਐਫ ਨੂੰ 1 1 ਪ੍ਰੂਵ ਕਰਨਾ ਹੈ, ਦੇਖੋ ਸ਼ੁਰੂ ਕਰਦੇ। ਹੁਣ ਡੈਫੀਨੇਸ਼ਨ ਦੇਖ ਲਓ 1 1 ਦੀ। ਹੁਣ ਅਗਰ 1 1 ਦੀ ਡੈਫੀਨੇਸ਼ਨ ਦੀ ਗੱਲ ਆ ਰਹੀ, ਮੈਂ ਕਹਿ ਰਿਹਾ ਕਿ ਅਗਰ ਆਪਾਂ 1 1 ਪ੍ਰੂਵ ਕਰਨਾ ਹੈ, ਉਹਦੇ ਲਈ ਮੈਂ ਕੀ ਕਰੂੰਗਾ? x ਤੇ y ਦੋ ਐਲੀਮੈਂਟ ਲਵਾਂਗਾ ਵੈਕਟਰ ਸਪੇਸ ਦੇ ਵਿੱਚੋਂ, ਉਹ t ਆਫ x ਨੂੰ ਇਕੁਅਲ ਟੂ t ਆਫ y ਨੂੰ ਲੈ ਕੇ ਚੱਲੂੰਗਾ। ਇਹ ਮੈਂ ਲੈਟ ਲੈ ਕੇ ਚੱਲੂੰਗਾ ਤੇ ਪ੍ਰੂਫ ਕੀ ਕਰੂੰਗਾ ਕਿ ਉਹ x ਤੇ y ਦੇ ਬਰਾਬਰ ਹੈ। ਅਗਰ ਇਹ ਦੋਨੋਂ x ਤੇ y ਦੇ ਬਰਾਬਰ ਹੋ ਗਏ, ਇਟ ਮੀਨਸ ਕਿ ਉਹ 1 1 ਹੋ ਗਏ। ਹੁਣ ਦੇਖੋ ਫਿਰ ਉਹੀ ਹੈ, ਮੈਂ ਡੈਫੀਨੇਸ਼ਨ ਯੂਜ਼ ਕਰ ਰਿਹਾ, ਐਫ ਨੂੰ 1 1 ਪ੍ਰੂਵ ਕਰਨਾ ਹੈ। ਉਹਨਾਂ ਨੇ ਕਿਹਾ ਕਿ ਕੋਈ ਦੋ ਐਲੀਮੈਂਟ ਲੈ ਲਓ ਵੈਕਟਰ ਸਪੇਸ ਦੇ ਵਿੱਚੋਂ। ਮੈਂ ਕੋਈ ਦੋ ਐਲੀਮੈਂਟ ਲੈ ਲਏ ਵੈਕਟਰ ਸਪੇਸ ਕਿਹੜੀ? LVV ਦੇ ਵਿੱਚੋਂ। ਦੋ ਐਲੀਮੈਂਟ ਲੈ ਲਏ ਵੈਕਟਰ ਸਪੇਸ ਦੇ ਵਿੱਚੋਂ, ਹਾਂਜੀ ਲੈ ਲਏ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਦੋ ਐਲੀਮੈਂਟ ਲੈ ਲਏ, ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਦੋਨਾਂ ਤੇ ਮੈਪਿੰਗ ਆਪਸ 'ਚ ਬਰਾਬਰ ਹੋਏਗੀ। ਮੈਂ ਲੈ ਲਿਆ ਜੀ, ਉਹਨਾਂ ਦੀ ਦੋਨਾਂ ਦੀ ਮੈਪਿੰਗ ਲੈ ਲਈ ਐਫ, ਉਹ ਆਪਸ 'ਚ ਬਰਾਬਰ ਹੈ। ਹੁਣ ਐਫ ਆਫ t1 ਕਿਹਦੇ ਬਰਾਬਰ ਸੀਗਾ? ਐਫ ਆਫ t1 ਦੈਟ ਇਜ਼ ਮੈਟ੍ਰਿਸਿਸ ਆਫ t1 ਦੇ। ਐਫ ਆਫ t2 ਕਿਹਦੇ ਬਰਾਬਰ ਹੋ ਗਿਆ? ਐਫ ਆਫ t2 ਦੈਟ ਇਜ਼ ਮੈਟ੍ਰਿਸਿਸ ਆਫ t2 ਦੇ। ਮੈਂ ਲਗਾ ਦਿੱਤੇ। ਹੁਣ t1 ਧਿਆਨ ਨਾਲ ਦੇਖੋ ਕਿਹਦੇ ਬਰਾਬਰ ਸੀ, ਇੱਥੇ ਦੇਖੋ ਆ ਜਾਓ, ਆ ਜੀ t1 ਕਿਹਦੇ ਬਰਾਬਰ ਹੈ? ਮੈਟ੍ਰਿਸਿਸ ਆਫ ਅਲਫਾ i j। t2 ਕਿਹਦੇ ਬਰਾਬਰ ਹੈ? ਮੈਟ੍ਰਿਸਿਸ ਆਫ b i j। ਇਹੀ ਉਹਨਾਂ ਨੇ ਲਗਾ ਦਿੱਤਾ, i ਤੇ j ਦੀ ਵੈਲਿਊ 1 ਤੋਂ ਲੈ ਕੇ n ਤੱਕ। ਹੁਣ ਮੈਟ੍ਰਿਸਿਸ ਆਫ a i j ਨੂੰ ਕਿਹਦੇ ਇਕੁਅਲ ਲਿਖਿਆ? ਇੱਧਰ ਆ ਜਾਓ, ਮੈਟ੍ਰਿਸਿਸ ਆਫ ਅਲਫਾ i j ਨੂੰ, हाँ मैट्रिसेस ऑफ अल्फा आई जे दैट इज अपने को समीशन ऑफ ए आई जे दैट इज अपने को वी आई। मैं की किया मैट्रिसेस ऑफ इनू लिख दिता क्योंकि अपने को कोई भी मैट्रिसेस है ए आई जे उन्होंने मैं लिख सकता दैट इज समीशन ऑफ ए आई जे वी आई चेंज हो रहा 1 तो लैके एन दे विच, जे भी चेंज हो रहा 1 तो लैके एन दे विच। ते मैं दोनों साइड ते उन्हां दी वैल्यूज लिख दी हैं, ए आई जे ते बी आई जे मैट्रिसेस की वैल्यू लिख दी। ਹੁਣ ਇਹ ਧਿਆਨ ਨਾਲ ਦੇਖਿਆ ਜੇ ਇਹ ਕਿਹਦੇ ਇਕੁਅਲ ਸੀਗਾ? ਇਹ ਇਕੁਅਲ ਹੈਗਾ ਟੀ ਆਫ ਵੀ ਜੇ ਦੇ, ਤੇ ਇਹ ਕਿਹਦੇ ਇਕੁਅਲ ਹੋ ਗਿਆ? ਟੀ ਆਫ v2 ਦੇ। ਹੁਣ ਦੇਖੋ ਇੱਥੇ ਮੈਪਿੰਗ ਕਿਹੜੀ ਚੱਲਦੀ ਪਈ? t1 ਮੈਪਿੰਗ ਚੱਲ ਰਹੀ ਹੈ। ਇੱਥੇ ਕਿਹੜੀ ਟਾਈਮ ਮੈਪਿੰਗ ਚੱਲ ਰਹੀ? t2। ਤੇ ਇੱਧਰ ਕੀ ਹੋ ਗਿਆ? vj, ਇੱਧਰ ਵੀ vj। ਹੁਣ ਦੇਖੋ ਦੋਨੋਂ ਮੈਪਿੰਗ ਹੋ ਗਈ t1 vj ਤੇ t2 vj, ਉਹ ਆਪਸ 'ਚ ਬਰਾਬਰ ਹੈ। ਹੁਣ ਅਗਰ t1 ਤੇ t2 ਆਪਣੇ ਕੋ ਦੋਨੋਂ ਇਕੁਅਲ ਹੋ ਗਏ, ਸਾਡੇ ਕੋ ਕੀ ਆਇਆ? vj ਦੋਨੋਂ ਐਲੀਮੈਂਟ ਸੇਮ ਹੈ ਤੇ ਆਪਣੇ को t1 t2 आपस में बराबर हो गए तो f अपने को की हो गई 1 1 मैपिंग हो गई तो साढ़े को प्रूफ हो गया। ਹੁਣ ਆਪਾਂ ਨੈਕਸਟ ਪ੍ਰੂਵ ਕਰਨਾ ਹੈ f ਆਪਣੇ ਕੋ ਔਨ ਟੂ ਹੈ। ਹੁਣ ਦੇਖੋ ਮੈਂ ਇਹ ਕਿਉਂ ਪ੍ਰੂਵ ਕਰ ਰਿਹਾ f ਨੂੰ 1 1 ਤੇ ਔਨ ਟੂ, ਕਿਉਂਕਿ ਮੈਂ ਆਈਸੋਮੋਰਫਿਕ ਪ੍ਰੂਵ ਕਰਨਾ। ਮੈਂ ਇਹੀ ਦੱਸਿਆ ਸੀ ਅਗਰ ਆਈਸੋਮੋਰਫਿਕ ਪ੍ਰੂਵ ਕਰਨਾ ਕਿ ਕੋਈ ਟੀ ਮੈਪਿੰਗ ਹੈ ਤੇ ਉਹਦੇ ਲਈ ਮੈਨੂੰ ਪ੍ਰੂਵ ਕਰਨਾ ਪੈਗਾ ਉਹ ਫੰਕਸ਼ਨ ਜਾਂ ਆਪਰੇਟਰ ਆਪਣੇ ਕੋ 1 1 ਵੀ ਹੋਵੇ ਤੇ ਔਨ ਟੂ ਵੀ ਹੋਵੇ। ਮੈਂ 1 1 ਪ੍ਰੂਵ ਕਰ ਲਿਆ, ਹੁਣ ਔਨ ਟੂ ਦੀ ਵਾਰੀ ਹੈ। ਹੁਣ ਔਨ ਟੂ ਦੇ ਵਿੱਚ ਕੀ ਲਵਾਂਗਾ? ਹੁਣ ਦੇਖੋ ਮੇਰੇ ਕੋ ਆ ਸੀਗਾ LVV ਹੈ, ਆ ਮੈਟ੍ਰਿਸਿਸ M ਦਾ ਹੈ ਤੇ ਆ ਮੈਪਿੰਗ ਆਪਣੇ ਕੋ F ਦੇ ਵਿੱਚ ਜਾ ਰਹੀ ਹੈ। ਹੁਣ ਉਹ ਕਹਿ ਰਿਹਾ ਕਿ ਉਹ ਇਸ ਸੈੱਟ ਦਾ ਐਲੀਮੈਂਟ ਲੈਣਾ ਕੋਈ। ਇਸ ਸੈੱਟ ਦੇ ਐਲੀਮੈਂਟ ਕਿੱਦਾਂ ਦੇ ਨੇ?